ਉਹਨਾਂ ਕੀ ਇਲੀਗਲ ਕਲੋਨੀਆਂ ਦੇ ਵਿੱਚ ਬਿਜਲੀ ਦੇ ਮੀਟਰ ਨਹੀਂ ਲੱਗੇ ਹੋਏ, ਉਹ ਬਿਨਾਂ ਬਿਜਲੀ ਤੋਂ ਇਸ ਗਰਮੀ ਦੇ ਵਿੱਚ ਲੋਕ ਰਹਿੰਦੇ ਪਏ ਆ। ਉਹਨਾਂ ਲੋਕਾਂ ਨੂੰ, ਉਹਨਾਂ ਪ੍ਰਵਾਸੀਆਂ ਨੂੰ, ਗਰੀਬਾਂ ਨੂੰ ਬੇਵਕੂਫ ਬਣਾਇਆ ਜਾਂਦਾ ਵਾ ਔਰ ਇਹਨਾਂ ਦੇ ਜਾਲ 'ਚ ਫਸਦੇ ਆ। ਅੱਜ ਇਹ ਪਾਣੀ ਦੇ ਜਿਹੜੇ ਸ਼ਬਦ ਹੈਗੇ ਆ, ਇਹ ਅੱਜ ਸ਼ਬਦ ਬਣ ਕੇ ਰਹਿ ਚੁੱਕੇ ਹੋਏ ਆ, ਕਿਉਂਕਿ ਅੱਜ ਜੋ ਵਿਗੜਦਾ ਵਾ ਪਲਾਟ ਲੈਣ ਵਾਲੇ ਦਾ ਵਿਗੜਦਾ, ਉਹ ਰੋਂਦੇ ਆ, ਕੁਰਲਾਉਂਦੇ ਆ, ਆਪਣੀ ਰਜਿਸਟਰੀਆਂ ਲੈ ਕੇ ਖੜੇ ਹੋ ਜਾਂਦੇ ਆ ਕਿ ਸਾਡਾ ਕੀ ਕਸੂਰ, ਅਸੀਂ ਤਾਂ ਰਜਿਸਟਰੀ ਕਰਾਈ ਹੈ, ਅਸੀਂ ਤਾਂ ਲੀਗਲ, ਪਰ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਸਾਡੇ ਨਾਲ ਹੁੰਦਾ ਕੀ ਪਿਆ। ਡਰੇ ਹੋਏ ਆ, ਸਾਡੀ ਤਾਂ ਆਖਰੀ ਉਮੀਦ ਵੀ ਹੋਈ ਹੈ ਔਰ ਇਹ ਡਿਪਾਰਟਮੈਂਟ ਵੀ ਉਹਨਾਂ ਦੇ ਕੋਲ ਹੈ। ਮੈਂ ਉਹਨਾਂ ਦੇ ਪੋਰਟਲ ਤੇ ਵੀ ਸ਼ਿਕਾਇਤ ਪਾ ਰਿਹਾ, ਮੇਲ ਵੀ ਕਰਦਾ ਪਿਆ, ਐਡਰੈਸ ਵੀ ਕਰ ਰਿਹਾ, ਜਿਹੜੀ ਤੁਹਾਨੂੰ ਸੀਸੀ ਦਿੱਤੀ ਹੈਗੀ ਇਹਦੀ ਕਿਰਨ ਸਿਰਫ ਇੱਕ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਬੱਚੇ ਹੈ। ਸੀਐਮ ਭਗਵੰਤ ਮਾਨ ਸਾਹਿਬ ਤੋਂ ਸਾਨੂੰ ਉਮੀਦ ਹੈ, ਇਹੀ ਉਹ ਆਦਮੀ ਹੈ, ਕਿਉਂਕਿ ਇਹ ਡਿਪਾਰਟਮੈਂਟ ਹਾਊਸਿੰਗ ਐਂਡ ਅਰਬਨ ਡਿਪਾਰਟਮੈਂਟ ਵੀ ਜਿਹੜਾ ਹੈਗਾ ਵਾ ਉਹ ਭਗਵੰਤ ਮਾਨ ਸਾਹਿਬ ਕੋਲ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਬਾਬੂਸ਼ਾਹੀ ਟਾਈਮਸ ਤੇ ਮੈਂ ਸ਼ਪ੍ਰੀਤ ਕੌਰ। ਸੱਚਾ ਯਾਦਵ ਹਰ ਵਾਰ ਹੀ ਇੱਕ ਮੁੱਦਾ ਅਜਿਹਾ ਚੱਕਦੇ ਨੇ ਜਿਹੜਾ ਲੋਕਾਂ ਦੇ ਬੈਨੀਫਿਟ ਲਈ ਹੁੰਦਾ ਹੈ, ਤਾਂ ਇਸ ਵਾਰ ਗਲਾਡਾ ਦਫ਼ਤਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਮੌਜੂਦ ਅਸੀਂ ਹੈਗੇ ਹਾਂ ਤੇ ਇੱਥੇ ਗਲਾਡਾ ਦਫ਼ਤਰ ਦੇ ਬਾਹਰ ਸਰ ਅੱਜ ਪਹੁੰਚਣ ਦਾ ਮੇਨ ਮਕਸਦ ਕੀ ਸੀ? ਪਹਿਲਾਂ ਤਾਂ ਮੈਂ ਤੁਸੀਂ ਇੱਕ ਗੱਲ ਕਹੀ ਕਿ ਸੱਚਾ ਯਾਦਵ ਹਮੇਸ਼ਾ ਲੋਕਾਂ ਦਾ ਮੁੱਦਾ ਚੱਕਦੇ ਹੈ। ਮੈਂ ਸੋਚਦਾ ਕਿ ਮੈਂ ਕਿਉਂ ਮੁੱਦਾ ਚੱਕਦਾ, ਜਦਕਿ ਇਹ ਮੁੱਦੇ ਤਾਂ ਉਹਨਾਂ ਨੂੰ ਚੱਕਣਾ ਚਾਹੀਦਾ ਵਾ ਜਿਨ੍ਹਾਂ ਨੇ ਸਾਡੇ ਤੋਂ ਵੋਟਾਂ ਲਿੱਤੀਆਂ ਵਾ, ਕਿ ਡਿਊਟੀ ਤਾਂ ਉਹਨਾਂ ਦੀ ਹੈ, ਫਰਜ਼ ਤਾਂ ਉਹਨਾਂ ਦੀ ਹੈ। ਸਿਰਫ ਸੜਕਾਂ, ਨਾਲੀਆਂ, ਸੀਵਰੇਜ ਤੇ ਕੰਮ ਨਹੀਂ ਹੈਗਾ ਉਹਨਾਂ ਦਾ। ਲੋਕਾਂ ਦਾ ਜਿਹੜੇ ਮੁੱਦੇ ਹੈਗੇ ਚੱਕਣ ਵਾਲੇ, ਜਿਹੜੇ ਲੋਕਾਂ ਨੂੰ ਕਰੋੜਾਂ ਅਰਬਾਂ ਰੁਪਏ ਦਾ ਜਿਹੜੇ ਡਿਪਾਰਟਮੈਂਟ ਚੂਨਾ ਲਗਾ ਰਹੇ, ਜਿਹੜੀ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਉਹ ਹੈ। ਜੇ ਬੀਤੇ ਦਿਨੋਂ ਤੁਸੀਂ ਦੇਖਿਆ ਹੋਏਗਾ ਕਿ ਬੀਤੇ ਦਿਨੋਂ ਜਲੰਧਰ ਦੇ ਵਿੱਚ ਇਲੈਕਸ਼ਨ ਸੀਗੇ, ਹਰ ਪਾਰਟੀ ਵਾਲਾ ਆਪਣੇ ਆਪਣੇ ਕੈਂਡੀਡੇਟ ਨੂੰ ਜਿਹੜਾ ਉੱਥੇ ਖੜਾ ਹੋਇਆ ਸੀਗਾ ਉਹਨੂੰ ਸਪੋਰਟ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੇ ਸਾਥੀਆਂ ਨਾਲ ਸਪੋਰਟ ਕਰਨ ਗਿਆ ਸੀਗਾ। ਤਾਂ ਇਹ ਮੁੱਦਾ ਇਹ ਗਲਾਡਾ ਦਾ ਜਿਹੜਾ ਦਫ਼ਤਰ ਹੈ ਨਾ, ਜਿਹਨੂੰ ਕਿਹਾ ਜਾਂਦਾ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ। ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਦੋਸਤੋ, ਜਿਹੜਾ ਸ਼ਹਿਰ ਦੇ ਵਿੱਚ ਦਾ ਏਰੀਆ ਹੁੰਦਾ ਉਹ ਨਗਰ ਨਿਗਮ ਕਾਰਪੋਰੇਸ਼ਨ ਦੇ ਅੰਡਰ ਹੁੰਦਾ ਵਾ, ਔਰ ਸ਼ਹਿਰ ਦਾ ਜਿਹੜਾ ਬਾਹਰ ਦਾ ਏਰੀਆ ਹੁੰਦਾ ਵਾ ਉਹ ਗਲਾਡਾ ਦੇ ਅੰਡਰ ਹੁੰਦਾ ਵਾ। ਗਲਾਡਾ, ਜੀ ਹਾਂ ਗਲਾਡਾ। ਲੇਕਿਨ ਹਾਲਾਤ ਬੱਤੋ ਬੱਤਰ ਲੋਕਾਂ ਨੂੰ ਪਹਿਲਾਂ ਤਾਂ ਇਹ ਫਰਕ ਦਾ ਨਹੀਂ ਪਤਾ, ਕਾਫੀ ਹੱਦ ਤੱਕ ਇਹ ਚੀਜ਼ਾਂ ਨਹੀਂ ਹੈਗੀਆਂ। ਔਰ ਮੈਨੂੰ ਇੱਥੇ ਆਉਣ ਦੀ ਲੋੜ ਹੀ ਨਾ ਪੈਂਦੀ ਜੇ ਸਾਡੇ ਸਿਆਸਤਦਾਨ ਅੱਜ ਕਈ ਸਾਲ ਪਹਿਲਾਂ, ਜਾਂ ਮੈਂ ਕਹਾਂ ਕਿ ਹੁਣ ਵੀ ਇੱਥੇ ਆ ਕੇ ਇਹਨਾਂ ਤੋਂ ਜਵਾਬ ਮੰਗਦੇ। ਲਗਭਗ ਕੋਈ ਨੀਅਰ ਅਬਾਊਟ ਕੋਈ ਕਹਿ ਲਓ ਕਿ 9 ਤੋਂ 10 ਇੱਥੇ ਐਸਡੀਓ ਹੋਣਗੇ, ਇੰਨੇ ਹੀ ਜੇਈ ਹੋਣਗੇ। ਲੇਕਿਨ ਇਹਨਾਂ ਨੇ ਗਲਾਡਾ ਦੀ ਜਿਹੜੀ ਹੱਦ ਹੈਗੀ ਹੈ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਗਲਾਡਾ ਦੀ ਜਿਹੜੀ ਹੱਦ ਹੈ, ਇੱਧਰੋਂ ਨਵਾਂ ਸ਼ਹਿਰ ਤੱਕ, ਇੱਧਰੋਂ ਜਲੰਧਰ ਤੱਕ, ਇੱਧਰੋਂ ਖੰਨੇ ਤੱਕ ਔਰ ਇੱਧਰੋਂ ਫਿਰੋਜ਼ਪੁਰ ਤੱਕ ਹੈ। ਇੱਥੋਂ ਤੱਕ ਕਿ ਜਿਹੜਾ ਮੈਂ ਜਿੱਥੋਂ ਤੱਕ ਦੇ ਨਾਮ ਲਿੱਤੇ ਹੈ, ਜਿੰਨੇ ਵੀ ਇਹਨਾਂ ਦੇ ਰਾਹ ਦੇ ਵਿੱਚ ਜਿਹੜੇ ਸ਼ਹਿਰ ਦੇ, ਲੁਧਿਆਣਾ ਸ਼ਹਿਰ ਤੋਂ ਆਊਟਰ ਦੇ ਜਿਹੜੇ ਪਿੰਡ ਹੈ, ਕਸਬੇ ਹੈ, ਉੱਥੇ ਜਿੰਨੀਆਂ ਵੀ ਕਲੋਨੀਆਂ ਕੱਟੀਆਂ ਜਾ ਰਹੀਆਂ ਵਾ, ਉਹਦਾ ਜ਼ਿੰਮੇਵਾਰ ਇਹ ਗਲਾਡਾ ਵਾ। ਇਹਦੇ ਉਹ 9-10 ਕਲੋਨੀਆਂ ਕੱਟੀਆਂ ਜਾ ਰਹੀਆਂ, ਤੇ ਫਿਰ ਤੁਸੀਂ ਇਹ ਮੁੱਦਾ ਇੰਨਾ ਕਿਉਂ ਚੱਕਿਆ? ਕਲੋਨੀਆਂ ਕਿੱਥੇ ਨਹੀਂ ਕੱਟੀਆਂ ਜਾ ਰਹੀਆਂ ਮੈਡਮ, ਮੈਨੂੰ ਇਹੀ ਤਾਂ ਪੁੱਛਣਾ ਚਾਹੁੰਦਾ। ਜੇ ਸ਼ਹਿਰ ਦੇ ਵਿੱਚ ਕਲੋਨੀਆਂ ਕੱਟੀਆਂ ਜਾ ਰਹੀਆਂ ਤਾਂ ਨਗਰ ਨਿਗਮ ਕਾਰਪੋਰੇਸ਼ਨ, ਲੇਕਿਨ ਗਲਾਡਾ ਨੇ ਤਾਂ ਆਹੂ ਹੀ ਲਾ ਦਿੱਤੇ। ਸੋਚ ਕੇ ਦੇਖੋ, ਜਿਹੜੀਆਂ ਇੱਕ ਕਿੱਲੇ, ਜੀ ਹਾਂ ਗਲਾਡਾ ਇੱਕ ਕਿੱਲੇ 'ਚ, ਗਲਾਡਾ ਦੇ ਏਰੀਏ 'ਚ ਇੱਕ ਕਿੱਲੇ 'ਚ 2200-2300 ਗਜ ਦੇ ਵਿੱਚ ਕਲੋਨੀਆਂ ਕੱਟੀਆਂ ਜਾ ਰਹੀਆਂ, ਐਸਸੀਓ ਕੱਟੇ ਜਾ ਰਹੇ ਆ, ਪਲਾਟਿੰਗ ਕੀਤੀ ਜਾ ਰਹੀ ਹੈ। ਸੋਚ ਕੇ ਦੇਖੋ ਉਸ ਇੱਕ ਕਿੱਲੇ ਦੇ ਵਿੱਚ ਉਹ ਗਲਾਡਾ ਦੀ ਕੀ ਗਾਈਡਲਾਈਨਸ ਮੰਨਦੇ ਹੋਣਗੇ ਕੋਲੋਨਾਈਜ਼ਰ। ਸੋਚ ਕੇ ਦੇਖੋ ਕਿ ਉਹ 30 ਫੁੱਟ ਸੜਕਾਂ ਦਿੰਦਾ ਹੋਏਗਾ, ਉਹ ਕੋਈ ਪਾਰਕ ਦਿੰਦਾ ਹੋਏਗਾ, ਸੀਵਰੇਜ ਵਰਗੀਆਂ ਸੁਵਿਧਾਵਾਂ ਜਾਂ ਬਿਜਲੀ ਸੁਵਿਧਾਵਾਂ ਕੀ ਉਹਨਾਂ ਕੋਲੋਨਾਈਜ਼ਰਾਂ ਨੂੰ ਮਿਲਦੀਆਂ ਹੋਣਗੀਆਂ? ਹੁਣ ਵੀ ਕਈ ਐਸੀ ਕਲੋਨੀਆਂ ਵਾ ਜਿੱਥੇ ਜਾ ਕੇ ਦੇਖੋ, ਜਿੱਥੇ ਉਹ ਜਿਨ੍ਹਾਂ ਨੇ ਪਲਾਟ ਲਿੱਤੇ ਹੈ, ਜਿਨ੍ਹਾਂ ਦਾ ਪ੍ਰੋਪਰ ਉਸ ਤੇ ਇਨਸਪੈਕਸ਼ਨ ਨਹੀਂ ਕਰਦਾ, ਬਿਜਲੀ ਦਾ ਮੀਟਰ ਨਹੀਂ ਲੱਗਿਆ। ਮੇਰੀ ਗੱਲ ਪਹਿਲਾਂ ਸੁਣੋ ਤੁਸੀਂ ਧਿਆਨ ਨਾਲ। ਉਹਨਾਂ ਕੀ ਇਲੀਗਲ ਕਲੋਨੀਆਂ ਦੇ ਵਿੱਚ ਬਿਜਲੀ ਦੇ ਮੀਟਰ ਨਹੀਂ ਲੱਗੇ ਹੋਏ, ਉਹ ਬਿਨਾਂ ਬਿਜਲੀ ਤੋਂ ਇਸ ਗਰਮੀ ਦੇ ਵਿੱਚ ਲੋਕ ਰਹਿੰਦੇ ਪਏ ਆ। ਉਹਨਾਂ ਲੋਕਾਂ ਨੂੰ, ਉਹਨਾਂ ਪ੍ਰਵਾਸੀਆਂ ਨੂੰ, ਗਰੀਬਾਂ ਨੂੰ ਬੇਵਕੂਫ ਬਣਾਇਆ ਜਾਂਦਾ ਵਾ ਔਰ ਇਹਨਾਂ ਦੇ ਜਾਲ 'ਚ ਫਸਦੇ ਆ। ਗਲਾਡਾ ਵਾਲੇ ਜਿੱਥੋਂ ਮਾਲ ਮਿਲਦਾ ਵਾ ਲੈ ਕੇ ਪਾਸੇ ਹੋ ਜਾਂਦੇ ਆ, ਕੁਛ ਨਹੀਂ ਗੱਲ ਕਰਦੇ। ਇਹਨਾਂ ਦਾ ਐਸਡੀਓ, ਇਹਨਾਂ ਦੇ ਜੇਈ, ਇਹਨਾਂ ਦੇ ਮੁਲਾਜ਼ਮਾਂ ਦਾ ਆਹ ਹਾਲ ਹੈਗਾ ਵਾ। ਔਰ ਕੋਲੋਨਾਈਜ਼ਰ ਸੋਚ ਕੇ ਦੇਖੋ, ਜਿਹੜਾ 30-30, 40-40, 50-50 ਗਜ ਦਾ ਪਲਾਟ ਕੱਢਦਾ ਵਾ, ਜਿਹੜਾ ਸਾਲ ਦਾ ਟਾਈਮ ਦਿੰਦਾ ਵਾ ਔਰ ਜਿਹੜਾ ਕਿਸ਼ਤਾਂ 'ਚ ਪੈਸੇ ਲੈਂਦਾ ਵਾ, ਉਹ ਪ੍ਰਵਾਸੀਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਗਲਾਡਾ ਕੀ ਹੁੰਦਾ ਵਾ, ਨਗਰ ਨਿਗਮ ਕਾਰਪੋਰੇਸ਼ਨ ਕੀ ਹੁੰਦਾ ਵਾ, ਗਲਾਡਾ ਦੇ ਐਕਟ ਕੀ ਹੁੰਦਾ ਤੇ ਪਾਪਰਾ ਐਕਟ ਕੀ ਹੁੰਦਾ ਵਾ। ਉਹਨਾਂ ਗਰੀਬਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਔਰ ਇਹਨਾਂ ਝਾਂਸੇ 'ਚ ਆ ਜਾਂਦੇ ਆ। ਉਹ ਰਜਿਸਟਰੀ ਦਾ ਕਾਗਜ਼ ਜਦੋਂ ਰਜਿਸਟਰੀ ਕਰਵਾਉਂਦੇ, ਉਹ ਸੋਚਦੇ ਲੈ ਰਜਿਸਟਰੀ ਹੋ ਗਈ, ਅਸੀਂ ਤਾਂ ਮਾਲਕ ਬਣ ਗਏ, ਅਸੀਂ ਤਾਂ ਇਲੀਗਲ ਕੰਮ ਕਰਦਾ। ਔਰ ਬਾਅਦ ਚੋਂ ਜੇ ਕੋਈ ਐਕਸ਼ਨ ਲੈਂਦਾ ਵੈ, ਜੇ ਕੋਈ ਆਰਟੀ ਐਕਟਿਵਿਸਟ ਜਾਂ ਕੋਈ ਵੈਸੇ ਕੋਈ ਖੜਾ ਹੋ ਜਾਂਦਾ ਵੈ, ਤਾਂ ਇਹ ਪੰਜਾ ਲੈ ਕੇ ਜਦੋਂ ਪਹੁੰਚਦੇ ਤਾਂ ਉਹ ਕੋਲੋਨਾਈਜ਼ਰ ਦਾ ਕੁਝ ਨਹੀਂ ਵਿਗੜਦਾ। ਜੋ ਵਿਗੜਦਾ ਵੈ ਪਲਾਟ ਲੈਣ ਵਾਲੇ ਦਾ ਵਿਗੜਦਾ। ਉਹ ਰੋਂਦੇ ਆ, ਕੁਰਲਾਉਂਦੇ ਆ, ਆਪਣੀ ਰਜਿਸਟਰੀਆਂ ਲੈ ਕੇ ਖੜੇ ਹੋ ਜਾਂਦੇ ਆ ਕਿ ਸਾਡਾ ਕੀ ਕਸੂਰ, ਅਸੀਂ ਤਾਂ ਰਜਿਸਟਰੀ ਕਰਾਈ ਹੈ, ਅਸੀਂ ਤਾਂ ਲੀਗਲ, ਪਰ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਸਾਡੇ ਨਾਲ ਹੁੰਦਾ ਕੀ ਪਿਆ ਵੈ। ਜਾਣਦੇ ਹੋ ਖੇਡ ਕਿਵੇਂ ਖੇਡਿਆ ਜਾਂਦਾ ਵੈ? ਇਹ ਕਰਦੇ ਕੀ ਹੈ ਕੋਲੋਨਾਈਜ਼ਰ ਕਿ 2018 ਤੋਂ ਪਹਿਲੇ ਦੀ ਰਜਿਸਟਰੀ ਚੱਕ ਲੈਂਦੇ ਆ ਔਰ ਉਸ ਤੋਂ ਬਾਅਦ
ਉਸ ਤੋਂ ਬਾਅਦ ਇਹ ਕੀ ਕਰਦੇ ਹੈਗੇ ਆ ਕਿ ਫੁੱਲ ਐਂਡ ਫਾਈਨਲ ਪਾਵਰ ਅਟਾਰਨੀ ਜਾਂ ਮੁਖਤਿਆਰੇ ਖਾਸ ਉਹਨਾਂ ਕੋਲ ਲੈ ਲੈਂਦੇ ਆ ਔਰ ਕਹਿੰਦੇ ਇਸ ਤਾਂ ਜੀ ਇਹ ਪੁਰਾਣੀ 2018 ਤੋਂ ਪਹਿਲੇ ਦੀ ਕੱਟਦੇ ਪਏ ਹੈਗੇ ਆ। ਲੇਕਿਨ ਮੈਂ ਗਲਾਡਾ ਨੂੰ ਪੁੱਛਣਾ ਚਾਹੁੰਦਾ, ਇਹਨਾਂ ਦੇ ਘਰ ਹੀ ਨੂੰ ਪੁੱਛਣਾ ਚਾਹੁੰਦਾ ਕਿ ਭਾਈ ਸਾਹਿਬ ਜਿਹੜੀਆਂ ਸੜਕਾਂ ਬਣਦੀਆਂ ਪਈਆਂ, ਜਿਹੜੇ ਮਕਾਨ ਬਣਦੇ ਪਏ ਆ, ਜਿਹੜੀ ਲਾਈਟਿੰਗ ਲੱਗਦੀ ਪਈ, ਸਟਰੀਟ ਦਾ ਕਨੈਕਸ਼ਨ ਹੁੰਦਾ ਪਿਆ ਵਾ, ਉਹ ਤਾਂ ਹੁਣ ਹੁੰਦਾ ਪਿਆ ਨਾ, ਉਹ ਤਾਂ ਹੁਣ ਹੁੰਦਾ ਪਿਆ ਨਾ। ਪਰ ਇੱਕ ਟੀਮ ਨਹੀਂ ਰੱਖੀ ਜੋ ਇਨਸਪੈਕਸ਼ਨ ਕਰਦੀ ਹੈ ਕਿ ਬਈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਦੇਖੋ ਇੰਸਪੈਕਸ਼ਨ ਦੀ ਇਹਨਾਂ ਅਫਸਰਾਂ ਕੋਲੋਂ ਕੋਈ ਉਮੀਦ ਨਹੀਂ ਰਹਿ ਗਈ। ਉਮੀਦ ਦੀ ਕਿਰਨ ਸਿਰਫ ਇੱਕ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਬੱਚੇ ਹੈ। ਸੀਐਮ ਭਗਵੰਤ ਮਾਨ ਸਾਹਿਬ ਤੋਂ ਸਾਨੂੰ ਉਮੀਦ ਹੈ, ਇਹੀ ਉਹ ਆਦਮੀ ਹੈ ਕਿਉਂਕਿ ਇਹ ਡਿਪਾਰਟਮੈਂਟ ਹਾਊਸਿੰਗ ਐਂਡ ਅਰਬਨ ਡਿਪਾਰਟਮੈਂਟ ਵੀ ਜਿਹੜਾ ਹੈਗਾ ਵਾ ਉਹ ਭਗਵੰਤ ਮਾਨ ਸਾਹਿਬ ਕੋਲ ਹੈ। ਸੀਐਮ ਭਗਵੰਤ ਮਾਨ ਸਾਹਿਬ ਉਮੀਦ ਦੀ ਇੱਕੋ ਇੱਕ ਕਿਰਨ, ਤੁਸੀਂ ਹੀ ਕਰੋ ਗਲਾਡਾ ਦਾ ਹੱਲ। ਬਿਲਕੁਲ ਹੁਣ ਜੇ ਕੋਈ ਇਹਨਾਂ ਨੂੰ ਬੰਦਾ ਬਣਾ ਸਕਦਾ, ਇਹਨਾਂ ਨੂੰ ਸਹੀ ਰਸਤੇ ਤੇ ਲਿਆ ਸਕਦਾ, ਕਿਉਂਕਿ ਇਹ ਸੁਧਰਨ ਵਾਲੇ ਹੈ ਨਹੀਂ ਜੋ ਇਹ ਕੰਮ ਕਰਦੇ ਪਏ। ਜੋ ਇਹ ਕੰਮ ਕਰ ਰਹੇ ਨੇ ਇਹ ਵੀ ਤਾਂ ਭਗਵੰਤ ਮਾਨ ਸਾਹਿਬ ਦੀ ਦੇਖ ਰੇਖ 'ਚ ਹੀ ਹੋ ਰਿਹਾ। ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਕਿ ਆਹ ਦੇਖੋ, ਮੈਂ ਇਹਨਾਂ ਨੇ ਕੁਐਸਚਨ ਪੁੱਟ ਕੀਤਾ ਸੀਗਾ ਕਿ ਦੋ ਤਰ੍ਹਾਂ ਦੀਆਂ, ਮੈਂ ਬਹੁਤ ਜ਼ਰੂਰੀ ਇਨਫੋਰਮੇਸ਼ਨ ਦੇਣੀ ਆ ਕਿਉਂਕਿ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਇੱਕ ਹੁੰਦਾ ਆਥੋਰਾਈਜ਼ਡ ਲਾਇਸੈਂਸ ਕਲੋਨੀਆਂ, ਇੱਕ ਹੁੰਦਾ ਵਾ ਰੈਗੂਲਾਈਜ਼ ਕਰਨਾ। ਜਦੋਂ ਪਿੱਛੇ ਸਰਕਾਰ ਦੀ ਆਥੋਰਾਈਜ਼ਡ ਲਾਇਸੈਂਸ ਜਿਹੜੇ ਹੈਗੇ ਉਹ ਗਿਣਤੀ ਦੀਆਂ ਮੇਰੇ ਖਿਆਲ ਨਾਲ ਕੋਈ ਟੋਟਲ ਆ ਤੁਹਾਡੇ ਸਾਹਮਣੇ ਮੈਂ ਦਿਖਾਣਾ ਚਾਹੁੰਦਾ। ਲਾਇਸੈਂਸ ਲਿਸਟ ਆਫ ਲਾਇਸੈਂਸ ਇਸ਼ੂਡ ਅੰਡਰ ਪੈਪਰਾ ਐਕਟ 1995 ਆ ਹੁਣ ਤੱਕ ਸਿਰਫ 114 ਕਲੋਨੀਆਂ ਵਾ, ਸਿਰਫ 114 ਕਲੋਨੀਆਂ ਵਾ ਜਿਨ੍ਹਾਂ ਨੇ ਅਪਰੂਵਡ ਲਾਇਸੈਂਸ ਲਿੱਤਾ ਵਾ। ਆ ਤੁਸੀਂ ਤੁਹਾਡੇ ਸਾਹਮਣੇ ਮੈਂ ਦਿਖਾ ਰਿਹਾ ਵਾਂ। ਤੇ ਇਹ ਤਾਂ ਕਈ ਲੋਕਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਇਹ ਐਕਟ ਹੈ ਕੀ। ਬਿਲਕੁਲ ਬਿਲਕੁਲ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ, ਇਸ ਚੀਜ਼ ਦਾ ਫਾਇਦਾ ਚੱਕਦੇ ਆ ਰਹੇ ਆ, ਇਹੀ ਤਾਂ ਬੇਵਕੂਫ ਬਣਾਉਂਦੇ ਆ। ਔਰ ਜਿਹੜੀਆਂ ਰੈਗੂਲਾਈਜ਼ਡ ਹੈ, ਜਦੋਂ ਸਰਕਾਰ ਦੀ ਪਾਲਿਸੀ ਨਿਕਲੀ ਉਸ ਪਾਲਿਸੀ ਦੇ ਅਧੀਨ ਜਿਹੜੀ ਕੰਪਾਊਂਡਿੰਗ ਪਾਲਿਸੀ ਨਿਕਲੀ, ਉਸ ਕੰਪਾਊਂਡਿੰਗ ਪਾਲਿਸੀ ਦੇ ਅਧੀਨ ਇਹਨਾਂ ਨੇ ਕਲੋਨੀਆਂ ਕੁਝ ਰੈਗੂਲਾਈਜ਼ ਕੀਤੀਆਂ। ਔਰ ਰੈਗੂਲਾਈਜ਼ ਕਲੋਨੀਆਂ ਦੀ ਜਿਹੜੀ ਲਿਸਟ ਹੈਗੀ ਹੈ ਉਹ ਵੀ ਮੇਰੇ ਹੱਥ ਵਿੱਚ ਹੈਗੀ 103। ਔਰ ਕਿਹਾ ਜਾਂਦਾ ਵਾ ਕਿ 2017 ਤੱਕ 119 ਆ ਲਿਸਟ ਮੇਰੇ ਹੱਥ ਵਿੱਚ ਹੈ। 2017 ਤੱਕ 119 ਕਲੋਨੀਆਂ ਇਹਨਾਂ ਨੇ ਪੈਪਰਾ ਐਕਟ ਦੇ ਥਰੂ ਜਿਹੜਾ ਸੀਗਾ ਕੰਪਾਊਂਡਿੰਗ ਪਾਲਿਸੀ ਦੇ ਥਰੂ ਇਹਨਾਂ ਨੇ ਰੈਗੂਲਾਈਜ਼ ਕੀਤੀਆਂ। ਔਰ 2000 ਮਜ਼ੇ ਵਾਲੀ ਗੱਲ ਹੈ, ਇਹ 2017 ਤੋਂ ਲੈ ਕੇ 2019 ਤੱਕ ਸੀ। ਔਰ 2020 ਤੋਂ ਲੈ ਕੇ 2023 ਤੱਕ ਹੁਣ ਤੱਕ ਸਿਰਫ 8 ਕਲੋਨੀਆਂ ਰੈਗੂਲਾਈਜ਼ਡ ਹੋਈਆਂ ਵੈ। ਲਾਇਸੈਂਸ ਲੈਣ ਵਾਲੀਆਂ ਆਥੋਰਾਈਜ਼ਡ ਕਲੋਨੀਆਂ ਤਾਂ ਤੁਸੀਂ ਭੁੱਲ ਹੀ ਜਾਓ। 8 ਕਲੋਨੀਆਂ ਸਿਰਫ 6 ਸਾਲਾਂ ਦੇ ਵਿੱਚ ਸਿਰਫ 8 ਕਲੋਨੀਆਂ ਇਹ ਦਰਸਾਉਂਦੀਆਂ ਪਈਆਂ ਵੈ। ਇਸ ਲੱਗਦਾ ਕਿ ਤੁਹਾਡੇ ਇੱਥੇ ਅੱਜ ਇੱਥੇ ਆਉਣ ਨਾਲ ਇਹ ਸਾਰਾ ਡੇਟਾ ਤੇ ਤੁਸੀਂ ਅੰਦਰ ਐਪਲੀਕੇਸ਼ਨ ਵੀ ਦੇਖ ਕੇ ਆਏ, ਉਸ ਨਾਲ ਕੋਈ ਫਾਇਦਾ ਹੋਏਗਾ? ਫਾਇਦਾ ਬਿਲਕੁਲ ਹੋਏਗਾ, ਲੋਕ ਜਾਗਣਗੇ। ਸਾਊਥ ਸਿਟੀ ਵਾਲੇ ਲੋਕ 2 ਦਿਨ ਪਹਿਲਾਂ ਜਾਗੇ। ਹੁਣ ਵਕਤ ਆ ਗਿਆ ਲੁਧਿਆਣੇ ਦੇ ਆਲੇ ਦੁਆਲੇ ਦੇ ਜਿੱਥੇ ਵੀ ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਵਾ, ਚਾਹੇ ਉਹ ਪ੍ਰਵਾਸੀ ਹੈ ਚਾਹੇ ਗਰੀਬ ਹੈ, ਤੁਹਾਡੇ ਪਿੰਡਾਂ ਦਾ ਪਾਣੀ ਜਿਹੜਾ ਗਲਾਡਾ ਦੂਸ਼ਿਤ ਕਰਵਾਉਂਦਾ ਪਿਆ ਵਾ, ਬੋ ਕਲੋਨੀਆਂ ਇਲੀਗਲ ਕਟਵਾ ਕੇ ਜਿਹੜਾ ਉਹ ਪਾਣੀ ਉਸੇ ਕਲੋਨੀ ਦੀ ਉਸੇ ਜ਼ਮੀਨ ਦੇ ਵਿੱਚ ਬੋਰ ਕਰਕੇ ਪਾਇਆ ਜਾਏਗਾ। ਸੋਚ ਕੇ ਦੇਖੋ ਜਦੋਂ ਉਹ ਪਾਣੀ ਖੇਤਾਂ ਨੂੰ ਲੱਗੂਗਾ ਜਾਂ ਪਾਣੀ ਮੋਟਰ ਖਿੱਚੇਗੀ ਜਾਂ ਪਾਣੀ ਲੋਕ ਪੀਣਗੇ, ਉਹਨਾਂ ਨੂੰ ਬਿਮਾਰੀਆਂ ਨਹੀਂ ਹੋਣਗੀਆਂ ਤਾਂ ਹੋਰ ਕੀ ਹੋਣਗੀਆਂ। ਗੰਦਾ ਨਾਲਾ ਘੱਟ ਹੈ ਲੁਧਿਆਣੇ ਸ਼ਹਿਰ ਨੂੰ, ਜਿਹੜਾ ਆ ਗਲਾਡਾ ਹੋਰ ਇਹ ਗਲਾਡਾ ਤਾਂ ਗੰਦੇ ਨਾਲੇ ਦਾ ਕੰਮ ਕਰਦਾ ਪਿਆ ਵਾ। ਹਾਲਾਤ ਬੱਤੋਂ ਬੱਤਰ ਬਣਾਤੇ। ਸੋਚ ਕੇ ਦੇਖੋ ਇਹਨਾਂ ਦੀ ਲਾਲਚ ਦੀ ਹੱਦ ਹੁੰਦੀ ਹੈ। 3-3 5-5 ਲੱਖ ਰੁਪਇਆ ਤੁਸੀਂ ਕਲੋਨੀ ਵਾਲੇ ਤੋਂ ਲੈਣੇ, 10-10 ਲੱਖ ਰੁਪਇਆ ਲੈ ਕੇ ਤੁਸੀਂ ਤੁਰਦੇ ਬਣਦੇ ਹੋ। ਲੇਕਿਨ ਲੋਕਾਂ ਦਾ ਸੋਚੋ ਕਿ ਲੋਕਾਂ ਨੂੰ ਜਿਹੜੇ ਨਾ ਕਲੋਨੀਆਂ ਦੇ ਵਿੱਚ ਜਿਹੜੀਆਂ ਇਲੀਗਲ ਕਲੋਨੀਆਂ ਦੇ ਪਲਾਟ ਲੈਣਗੇ ਉਹਨਾਂ ਨੂੰ ਸੁਵਿਧਾਵਾਂ ਮਿਲਣਗੀਆਂ? ਸੁਵਿਧਾਵਾਂ ਮਿਲਣਗੀਆਂ? ਨਹੀਂ ਮਿਲਣਗੀਆਂ। ਮੈਂ ਬਾਰ-ਬਾਰ ਹੀ ਕਹਿਣਾ ਚਾਹੁੰਦਾ, ਆ ਦੇਖੋ ਆ ਗਲਾਡਾ ਦੀ ਕਰਤੂਤ ਦੇਖ ਲਓ। ਆ ਸ਼ਾਇਦ ਕੋਈ ਅਖਬਾਰ ਹੋਵੇ, ਇਹ ਸੁਖਮਿੰਦਰ ਸਿੰਘ ਜੀ ਇਹ ਸਰਪੰਚ ਹੈਗੇ ਆ। ਇਹਨਾਂ ਨੇ ਚੰਡੀਗੜ੍ਹ ਮੀਟਿੰਗ ਕੀਤੀ ਹੈ। ਦਾਦ ਪਿੰਡ ਦੇ ਕੋਲ 12 ਏਕੜ ਜਿਹੜੀ ਜ਼ਮੀਨ ਸੀਗੀ ਕਿਸੇ ਪੋਲੀਟੀਸ਼ੀਅਨ ਨਾਲ ਤੇ ਗਲਾਡਾ ਨੇ ਮਿਲ ਕੇ 80-20 ਦੀ ਰੇਸ਼ੋ ਕੱਟ ਕੇ ਉਹ ਜ਼ਮੀਨ ਤੇ ਕਬਜ਼ਾ ਵੀ ਕੀਤਾ। ਉਹ ਜ਼ਮੀਨ ਤੇ ਪਲਾਟ ਵੀ ਜਿਹੜੇ ਸੀਗੇ ਵੇਚ ਵੀ ਦਿੱਤੇ। ਜ਼ਮੀਨ ਕਿਸੇ ਦੀ ਵੇਚ ਵੀ ਦਿੱਤੇ, ਪਲਾਟ ਵੇਚ ਵੀ ਦਿੱਤੇ ਇਹਨਾਂ ਨੇ ਉਹ ਪਲਾਟ। ਔਰ ਹਾਈ ਕੋਰਟ 'ਚ ਕੇਸ ਚੱਲਦਾ ਪਿਆ ਵਾ। ਹਾਈ ਕੋਰਟ 'ਚ ਕੇਸ ਚੱਲਣ ਦੇ ਬਾਵਜੂਦ ਵੀ ਇਹ ਆਪਣਾ ਕੰਮ ਜਾਰੀ ਰੱਖੀ ਬੈਠੇ। 2 ਵਾਰੀ ਹਾਈ ਕੋਰਟ ਨੇ ਇਹਨਾਂ ਨੂੰ ਲਤਾੜਿਆ ਇਹਨਾਂ ਅਫਸਰਾਂ ਨੂੰ ਕਿ ਉੱਥੇ ਕੰਮ ਰੋਕ ਦਿਓ, ਗਲਤ ਕੰਮ ਕਰਨਾ ਰੋਕ ਦਿਓ। ਹਾਰ ਕੇ ਹਾਈ ਕੋਰਟ ਨੇ ਕਿਹਾ ਵਾ 4 ਏਕੜ ਜਗ੍ਹਾ ਦੇ ਉੱਤੇ ਜੇ ਕੋਈ ਕਿੰਤੂ ਪਰੰਤੂ ਹੋਇਆ ਉਹਦਾ ਜ਼ਿੰਮੇਵਾਰ ਗਲਾਡਾ ਹੋਏਗਾ। ਇਹੋ ਜਿਹਾ ਤਾਂ ਕੰਮ ਕਰਦਾ ਪਿਆ। ਜੇ ਇੱਕ ਆਦਮੀ ਇਸ ਤੋਂ ਬਾਅਦ ਵੀ ਗਲਾਡਾ ਤੇ ਕੋਈ ਅਸਰ ਨਹੀਂ ਹੋਇਆ, ਤੁਹਾਨੂੰ ਲੱਗਦਾ ਕਿ ਤੁਹਾਡੇ ਇਸ ਪ੍ਰੋਟੈਸਟ ਤੋਂ ਬਾਅਦ ਅਸਰ ਲੋਕ ਜਾਗਣਗੇ? ਸਾਊਥ ਸਿਟੀ ਵਾਲੇ ਲੋਕ ਸੜਕਾਂ ਤੇ ਆ ਗਏ ਮੈਡਮ। ਕਿਉਂ ਆਏ? ਕਿਉਂਕਿ ਇਹਨਾਂ ਨੇ ਚੌੜੇ ਬਾਜ਼ਾਰ, ਪਹਿਲਾਂ ਲੁਧਿਆਣੇ ਸ਼ਹਿਰ ਦਾ ਏਰੀਆ ਸੀ ਕਿੰਨਾ ਚੌੜੇ ਬਾਜ਼ਾਰ ਜਿੰਨਾ ਏਰੀਆ ਸੀਗਾ ਦਮੋਰੀਆ ਪੁਲ ਤੋਂ ਉਧਰ ਇਹਨਾਂ ਨੇ ਉਸ ਏਰੀਆ ਦੇ ਵੀ ਨਾ ਕੋਈ ਪਲੈਨਿੰਗ, ਨਾ ਕੋਈ ਸਿਸਟਮ, ਨਾ ਕੋਈ ਲੈਣਾ ਨਾ ਕੋਈ ਦੇਣਾ, ਜਿਵੇਂ ਚੱਲਦਾ ਚੱਲਣ ਦੇ। ਫਿਰ ਉਸ ਤੋਂ ਬਾਅਦ ਲੋਕ ਬਾਹਰ ਆਏ, ਲੋਕ ਆਏ ਸਿਵਲ ਲਾਈਨਸ, ਲੋਕ ਆਏ ਸਰਾਭਾ ਨਗਰ, ਮਾਲ ਟਾਊਨ। ਇਹਨਾਂ ਨੇ ਉਸ ਏਰੀਆ ਦਾ ਵੀ ਹਾਲ ਉਹੀਓ ਕੀਤਾ। ਕੱਟੀ ਜਾ ਕਲੋਨੀਆਂ, ਕੱਟੀ ਜਾ ਪਲੋਟਿੰਗ, ਕੱਟੀ ਜਾ ਦੇਈ ਜਾ ਕਨੈਕਸ਼ਨ, ਇਹੀ ਕਰਦਾ ਰਿਹਾ ਖੇਡ। ਉਹ ਭਲੇ ਮਾਨਸੋ ਹੁਣ ਸ਼ਹਿਰ ਤੋਂ ਬਾਹਰ ਹੁਣ ਤਾਂ ਬਸ ਕਰੋ। ਨਵੇਂ ਜਿਹੜੇ ਏਰੀਏ ਬਣਦੇ ਪਏ ਆ ਉਹਨਾਂ ਨੂੰ ਤਾਂ ਮੋਹਾਲੀ ਦੀ ਤਰ੍ਹਾਂ, ਚੰਡੀਗੜ੍ਹ ਦੀ ਤਰ੍ਹਾਂ, ਪੰਚਕੂਲੇ ਦੀ ਤਰ੍ਹਾਂ ਬਣਨ ਦਿਓ। ਉੱਥੇ ਦਾ ਸਿਸਟਮ ਰਹਿਣ ਦਿਓ। ਉੱਥੇ ਦਾ ਕੁਛ ਤਾਂ ਸੋਚੋ ਤੁਸੀਂ ਕੀ ਦੇ ਕੇ ਜਾ ਰਹੇ ਹੋ, ਕੀ ਕਰਦੇ ਪਏ ਹੋ।
ਹਾਲਾਤ ਬੱਤੋਂ ਬੱਤਰ ਕਰ ਦਿੱਤੇ ਹੋਏ ਆ। ਇਹ ਕਾਗਜ਼ ਬੋਲਦੇ ਪਏ ਆ, ਇਹ ਚੀਜ਼ਾਂ ਬੋਲਦੀਆਂ ਪਈਆਂ ਵਾ ਕਿ ਗਲਾਡਾ, ਇਹ ਗਲਾਡਾ ਦੇਖੋ ਦੂਜਿਆਂ ਦੀ ਪ੍ਰਾਪਰਟੀਆਂ ਦੇ ਉੱਤੇ ਕਬਜ਼ਾ ਕਰਦਾ ਪਿਆ ਵਾ ਤੇ ਇਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ, ਸਰਕਾਰ ਦੀਆਂ ਜਿਹੜੀ ਪ੍ਰਾਪਰਟੀਆਂ ਹੈ ਉਹਨਾਂ ਉੱਤੇ ਇਲੀਗਲ ਐਸਸੀਓ ਸਾਊਥ ਸਿਟੀ ਰੋਡ ਦੇ ਉੱਤੇ ਜਿਹੜੇ ਬਣੇ ਹੈ, ਕਿਉਂਕਿ ਪਾਰਕਿੰਗ ਤਾਂ ਹੈ ਹੀ ਨਹੀਂ। ਸਾਊਥ ਸਿਟੀ ਦੇ ਲੋਕ ਬਾਈ ਜਾਗੇ ਕਿਉਂ, ਅੱਜ ਬਾਹਰ ਕਿਉਂ ਆਏ? ਕਿਉਂਕਿ ਦੁਖੀ ਹੋ ਗਏ। ਰਾਤ ਨੂੰ 2-2 ਘੰਟੇ ਦਾ ਉੱਥੇ ਸ਼ਾਮ ਨੂੰ ਜਾ ਕੇ ਦੇਖੋ ਜਾਮ ਹੁੰਦਾ ਵਾ, ਔਰ ਜਿੰਨੇ ਵੀ ਉੱਥੇ ਐਸਸੀਓ ਬਣੇ, ਠੇਕੇ ਖੁੱਲੇ ਹੋਏ ਆ, ਰੈਸਟੋਰੈਂਟ ਖੁੱਲੇ, ਦੁਕਾਨਾਂ ਖੁੱਲੀਆਂ ਹੋਈਆਂ, ਉਹਨਾਂ ਦੇ ਕੋਲ ਪਾਰਕਿੰਗ ਤਾਂ ਹੈ ਹੀ ਨਹੀਂ। ਕਿੱਥੇ ਹੈ ਪਾਰਕਿੰਗ? ਉਸ ਹਾਈਵੇ ਦੇ ਉੱਤੇ, ਸੜਕਾਂ ਦੇ ਉੱਤੇ, ਹਾਈਵੇ ਸੜਕ ਤੇ ਕਾਰ ਲਾਣਾ ਗੁਨਾਹ ਹੈ। ਇਹ ਤਾਂ ਹਾਈਵੇ ਦੇ ਉੱਤੇ ਕਾਰਾਂ ਲਾਉਂਦੇ ਪਏ ਆ, FIR ਬਣਦੀ ਹੈ। ਔਰ ਉਹ ਐਸਸੀਓ, ਪਹਿਲਾਂ ਤਾਂ ਇਹ ਮੈਂ ਕਹੂੰਗਾ ਉਹ ਐਸਸੀਓ ਬਣੇ ਕਿਵੇਂ, ਉਹ ਐਸਸੀਓ ਬਣਵਾਏ ਕਿਵੇਂ? ਹਮੇਸ਼ਾ ਸੁਣਦੇ ਆਏ ਆ ਕਿ ਚਾਹੇ ਨਗਰ ਨਿਗਮ ਹੈ, ਗਲਾਡਾ ਵਾ, ਇਹਨਾਂ ਦੇ ਅਧਿਕਾਰੀ ਉਦੋਂ ਜਾਗਦੇ ਜਦੋਂ ਬੰਦਾ ਲੈਂਟਰ ਪਾਉਂਦਾ ਵਾ, ਉਸ ਤੋਂ ਪਹਿਲਾਂ ਜਾਗਦੇ ਹੀ ਨਹੀਂ ਹੈਗੇ। ਇੱਥੇ ਤਾਂ ਬਣ ਕੇ ਤਿਆਰ ਹੋ ਗਏ, ਦਫ਼ਤਰ ਬਣ ਕੇ ਤਿਆਰ ਹੋ ਗਏ, ਇਲੀਗਲ ਕਲੋਨੀਆਂ ਕੱਟੀਆਂ ਜਾ ਰਹੀਆਂ, ਲੇਕਿਨ ਫਿਰ ਵੀ ਸੁੱਤੇ ਪਏ ਆ। ਲੇਕਿਨ ਲੋਕਾਂ ਨੂੰ ਕਹਿੰਦੇ ਕੀ ਹੈ, ਨੋਟਿਸ ਦਿੱਤਾ ਜਾਏਗਾ। ਜਿਵੇਂ ਕਹਿੰਦੇ ਤਾਰੀਖ ਪੇ ਤਾਰੀਖ, ਨੋਟਿਸ ਦੀ ਉਹ ਬੈਲੀ ਉਹਨੂੰ ਬੱਤੀ ਬਣਾ ਕੇ ਕਹਿੰਦੇ ਜੇਬ 'ਚ ਪਾ ਤੇ ਮੋੜ ਤੇ ਘਰ ਚੱਲ, ਦੇਖ ਲਾਂਗੇ, ਆਏਗਾ ਤਾਂ ਜੇਬ ਗਰਮ ਕਰ ਦਿਆਂਗੇ। ਇਹ ਉਹਨਾਂ ਦਾ ਉਹ ਵੀ ਕਰਨ ਕੀ? ਸਰਕਾਰ ਨੂੰ ਹੁਣ ਚਾਹੀਦਾ ਵਾ, ਮੇਰੀ ਬੇਨਤੀ ਹੈ, ਮੇਰੀ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਮਾਨ ਸਾਹਿਬ 2018 ਤੋਂ ਪਹਿਲੇ ਦੀਆਂ ਜਲਦ ਤੋਂ ਜਲਦ ਪਾਲਿਸੀਆਂ ਬਣਾਈਆਂ ਜਾਣ। ਔਰ ਮੇਰੀਆਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ 21 ਕਿੱਲਿਆਂ 'ਚ ਕਲੋਨੀਆਂ ਕੱਟਦੇ ਪਏ ਆ, ਜਿਹੜੇ ਇਲੀਗਲ ਐਸਸੀਓ ਲਈ ਪਲਾਟ ਚੱਕਦੇ ਪਏ ਹੈਗੇ ਆ, ਜਿਹੜੇ ਇਲੀਗਲ ਕਲੋਨੀਆਂ ਦੇ ਵਿੱਚ ਪਲਾਟ ਲੈਂਦੇ ਪਏ ਆ, ਖਾਸ ਕਰ ਮੇਰੇ ਪ੍ਰਵਾਸੀ ਭਰਾ, ਮੈਂ ਉਹਨਾਂ ਨੂੰ ਵੀ ਇੱਕ ਮੈਸੇਜ देना चाहता हूँ कि भैया कृपा करके कोई भी प्रवासी, मेरा भाई, मेरी बहन, कोई भी इलीगल कॉलोनी में प्लाट मत लीजिएगा। जो कॉलोनाइजर आपको कहता है कि हमारा कॉलोनी लीगल है, गलाडा अप्रूव्ड है, उसको बोलिए गलाडा का लाइसेंस दिखाए, गलाडा के दफ्तर में आके पूछिएगा। नहीं तो मेरा नंबर नोट कर लो, 9815035555। ਮੈਨੂੰ ਪੁੱਛ ਸਕਦੇ ਹੋ ਕਿ ਉਹ ਕਲੋਨੀ ਲੀਗਲ ਹੈ। ਤੁਸੀਂ 4 ਲੱਖ 3 ਲੱਖ 5 ਲੱਖ ਆਪਣੀ ਮਿਹਨਤ ਦਾ ਕਮਾਈ ਦਾ ਪੈਸਾ ਜਿਹੜਾ ਤੁਸੀਂ ਕਿਸ਼ਤਾਂ 'ਚ ਦੇਣਾ ਚਾਹੁੰਦੇ ਹੋ, ਸਾਲ ਦੀਆਂ ਕਿਸ਼ਤਾਂ ਕਰਦੇ ਹੈਗੇ ਹੋ, ਔਰ ਸਾਲ ਬਾਅਦ ਤੁਹਾਨੂੰ ਕਲੋਨਾਈਜ਼ਰ ਪਲਾਟ ਵੇਚ ਕੇ ਪਾਸੇ ਹੁੰਦਾ, ਔਰ ਤੁਹਾਨੂੰ ਬਾਅਦ 'ਚੋਂ ਪਰੋਨੇ ਹੋ, ਪਿੱਟਦੇ ਹੋ, ਤੁਹਾਨੂੰ ਪਤਾ ਚੱਲਦਾ ਵਾ ਕਿ ਉਹ ਤਾਂ ਇਲੀਗਲ ਸੀਗਾ। ਫਿਰ ਸਰਕਾਰਾਂ ਗਲਤ ਨਹੀਂ ਹੈ। ਇਹ ਜੋ ਖੇਲ ਖੇਡਦੇ, ਅਫਸਰ ਖੇਡਦੇ, ਖੇਲ ਖੇਡਦੇ ਆ, ਇਹ ਕਲੋਨਾਈਜ਼ਰ ਖੇਡਦੇ ਆ, ਇਹ ਸਾਡਾ ਲਾਲਚ ਖੇਡਦਾ ਪਿਆ ਵਾ। ਬਚਾ ਸਕਦੇ ਹੋ ਤਾਂ ਬਚਾ ਲਓ ਪੰਜਾਬ ਦੀ ਹੋਂਦ ਨੂੰ। ਤੁਹਾਨੂੰ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜ ਰਹੋ। ਮੈਂ ਸ਼ਿਵਪ੍ਰੀਤ ਕੌਰ, ਕੈਮਨ ਰੋਹਿਤ ਦੇ ਨਾਲ ਦਾ ਬਾਬੂਸ਼ਾਹੀ ਟਾਈਮਸ।